ਪੰਜਾਬ ਦੀਆਂ ਇਹਨਾਂ ਚੋਣਾਂ ਦੇ ਵਿੱਚ 93 ਮਹਿਲਾ ਉਮੀਦਵਾਰ ਸੀ, ਜਿਨ੍ਹਾਂ ਚੋਂ 13 ਜੇਤੂ ਰਹੀਆਂ। ਮਤਲਬ ਕਿ ਹੁਣ ਆਪਣੇ ਕੋਲ 13 ਮਹਿਲਾ MLA ਨੇ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਸਾਲ। ਪਿਛਲੇ ਸਾਲ ਦੀ ਜਿਹੜੀ ਸਰਕਾਰਾਂ ਸੀ ਉਹਦੇ ਵਿੱਚ ਸਿਰਫ 6 MLA ਸੀਗੀਆਂ ਆਪਣੇ ਕੋਲ। 2017 ਦੀਆਂ ਚੋਣਾਂ 'ਚ ਸਿਰਫ 6 ਔਰਤਾਂ ਜਿੱਤੀਆਂ ਸੀ, ਪਰ ਇਸ ਵਾਰੀ ਇਹ ਨੰਬਰ ਡਬਲ ਨਾਲੋਂ ਜ਼ਿਆਦਾ ਹੋ ਗਿਆ, 13 ਹੋ ਗਿਆ। ਪੰਜਾਬ 'ਚ ਅੱਜ ਤੱਕ ਸਿਰਫ 2012 ਦਾ ਜਿਹੜਾ ਇਲੈਕਸ਼ਨ ਸੀ ਉਹੀ ਇੱਦਾਂ ਸੀ, ਜਿਹਦੇ ਵਿੱਚ 14 ਔਰਤਾਂ ਜੇਤੂ ਰਹੀਆਂ ਸੀ, ਪਰ ਇਸ ਵਾਰੀ ਉਹ 14 ਦੇ ਨਾਲੋਂ ਇੱਕ ਨੰਬਰ ਘੱਟ ਕੇ 13 ਨੇ। ਅੱਜ ਦੀ ਇਹ ਵੀਡੀਓ ਇੱਕ ਇੰਟਰੋਡਕਸ਼ਨ ਹੈ ਉਹਨਾਂ 13 ਮਹਿਲਾਵਾਂ ਦੀ ਜਿਹੜੀਆਂ MLA ਬਣ ਕੇ ਪੰਜਾਬ ਦੇ ਵਿਧਾਨ ਸਭਾ 'ਚ ਪਹੁੰਚੀਆਂ। ਉਹਨਾਂ ਦੇ ਚਿਹਰਿਆਂ ਨਾਲ ਵਾਕਿਫ ਹੋਵਾਂਗੇ, ਉਹਨਾਂ ਦੀਆਂ ਕੌਂਸਟੀਚੁਐਂਸੀਜ਼ ਦੇ ਨਾਲ, ਤੇ ਕੀ ਉਹਨਾਂ ਦੇ ਵਿੱਚ ਐਜੂਕੇਸ਼ਨ ਜਾਂ ਕੀ ਉਹਨਾਂ ਦੀ ਪਰਸਨੈਲਿਟੀ ਦੇ ਕੁਝ ਤੱਥ ਜੋ ਮੈਂ ਲੱਭ ਸਕੀ ਹਾਂ। ਵੈਮਨ ਪਾਵਰ ਇਨ ਪੰਜਾਬ ਅਸੈਂਬਲੀ ਦੇ ਵਿੱਚ ਪਹਿਲਾ ਨਾਮ ਜੀਵਨਜੋਤ ਕੌਰ ਅੰਮ੍ਰਿਤਸਰ ਤੋਂ, ਅੰਮ੍ਰਿਤਸਰ ਪੂਰਬੀ ਤੋਂ। ਅੰਮ੍ਰਿਤਸਰ ਈਸਟ ਹਲਕਾ ਬਹੁਤ ਹੌਟ ਸੀਟ ਸੀ, ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਸੀ ਔਰ ਦੂਸਰੇ ਪਾਸੇ ਬਿਕਰਮ ਮਜੀਠੀਆ, ਜਿਹੜੇ ਆਪਣੀ ਮਜੀਠੇ ਦੀ ਸੀਟ ਛੱਡ ਕੇ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਨ ਦੇ ਲਈ ਬਹੁਤ ਓਵਰ ਕੌਨਫੀਡੈਂਸ ਦੇ ਨਾਲ ਆਏ ਸੀ। ਔਰ ਪੂਰੀ ਦੀ ਪੂਰੀ ਜਿਹੜੀ ਆਪਣੀ ਪੰਜਾਬ ਦੀ ਰਾਜਨੀਤੀ ਸੀ ਇਹਨਾਂ ਦੋਨਾਂ ਦੀ ਲੜਾਈ ਤੇ ਕੇਂਦਰਿਤ ਰਹੀ। ਪਰ ਇਹਦਾ ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਕਿ ਦੋਨੋਂ ਹੀ ਆਪਣੇ ਆਪ 'ਚ ਬਣਦੇ ਜਿਹੜੇ ਬੈਟਲ ਆਫ ਗਲੈਡੀਏਟਰਸ ਦੇ ਵਿੱਚ ਵੱਡੇ ਗਲੈਡੀਏਟਰ ਸੀਗੇ ਉਹ ਢਹਿ ਗਏ। ਔਰ ਜਿੱਤਿਆ ਕੌਣ? ਜੀਵਨਜੋਤ ਕੌਰ, ਉਹ ਔਰਤ ਜਿਹੜੀ ਬਹੁਤ ਸਾਲਾਂ ਤੋਂ ਸੋਸ਼ਲ ਵਰਕ ਕਰ ਰਹੀ ਸੀ, ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ ਚੁੱਪ ਚੁਪੀਤੇ। ਕੋਈ ਵੱਡੀ ਇਹਨਾਂ ਵਾਂਗੂ ਨਵਜੋਤ ਸਿੰਘ ਸਿੱਧੂ ਨਾਲ ਔਰ ਬਿਕਰਮ ਮਜੀਠੀਆ ਦੇ ਨਾਲ ਅਗਰ ਆਪਾਂ ਕੰਪੈਰੀਜ਼ਨ ਕਰੀਏ ਤਾਂ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਵਿੱਚ ਇਹ ਫਲੈਂਬੋਇੰਸ ਨਹੀਂ ਸੀ ਆਪਣੇ ਸੋਸ਼ਲ ਵਰਕ ਦੀਆਂ, ਜਾਂ ਜੋ ਵੀ ਉਹਨਾਂ ਨੇ ਆਪਣੀ ਐਫਰਟ ਸਮਾਜ ਦੇ ਲਈ ਅੱਜ ਤੱਕ ਪਾਈਆਂ। ਉਹਨਾਂ ਨੂੰ ਪੈਡ ਵਿਮਨ ਆਫ ਅੰਮ੍ਰਿਤਸਰ ਜਾਂ ਪੰਜਾਬ ਦੀ ਪੈਡ ਵਿਮਨ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇੱਦਾਂ ਦੇ ਸੈਂਸਿਟਿਵ ਇਸ਼ੂਜ਼, ਜਿੱਥੇ ਸੈਨੀਟਰੀ ਪੈਡਸ ਜੋ ਮਹਿਲਾਵਾਂ ਯੂਜ਼ ਕਰਦੀਆਂ ਨੇ ਉਹਦੇ 'ਤੇ ਕਦੀ ਕੋਈ ਗੱਲ ਕਰਨਾ ਨਹੀਂ ਚਾਹੁੰਦਾ, ਕਿਉਂਕਿ ਪੰਜਾਬ 'ਚ ਇਹਨੂੰ ਬਹੁਤ ਸੈਂਸਿਟਿਵ ਮੁੱਦਾ ਮੰਨਿਆ ਜਾਂਦਾ। ਇਹਦੇ 'ਤੇ ਗੱਲ ਕਰਨਾ ਇੱਕ ਟੈਬੂ ਲੱਗਦਾ ਹੈ। ਇਹਦੇ ਵਿੱਚ ਹਰ ਇੱਕ ਚੀਜ਼ ਨੂੰ ਜਿਹੜੀ ਇਹ ਚੀਜ਼ ਇੱਕ ਔਰਤ ਦੀ ਨਿੱਜੀ ਚੀਜ਼ ਮੰਨੀ ਜਾਂਦੀ ਹੈ, ਸੋ ਇਹਦੇ 'ਤੇ ਸਰਕਾਰਾਂ ਜਾਂ ਲੋਕ ਜਾਂ ਸੰਸਥਾਵਾਂ ਧਿਆਨ ਨਹੀਂ ਦਿੰਦੀਆਂ। ਬਟ ਜੀਵਨਜੋਤ ਕੌਰ ਅੰਮ੍ਰਿਤਸਰ ਤੋਂ, ਜਿਨ੍ਹਾਂ ਨੇ ਜ਼ਿੰਦਗੀ ਦੇ ਕਈ ਸਾਲ ਔਰਤਾਂ ਦੇ ਵਿੱਚ ਜਿਹੜਾ ਰਿਪਰੋਡਕਟਿਵ ਹਾਈਜੀਨ ਆ ਜਾਂ ਮੈਂਸਟਰੂਅਲ ਹਾਈਜੀਨ ਆ ਉਹਦੇ ਬਾਰੇ ਜਾਗਰੂਕਤਾ ਫੈਲਾਉਣ ਦੇ ਵਿੱਚ, ਜਾਂ ਜਿਹੜੇ ਰੀਯੂਜ਼ੇਬਲ ਸੈਨੀਟਰੀ ਪੈਡਸ ਹੁੰਦੇ ਆ ਜਿਹੜੇ ਰੀਯੂਜ਼ ਕੀਤੇ ਜਾ ਸਕਣ ਔਰ ਇਨਵਾਇਰਨਮੈਂਟ ਦੇ ਉੱਤੇ ਬੋਝ ਨਾ ਬਣਨ, ਉਹਨਾਂ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਜੀਵਨਜੋਤ ਕੌਰ ਲਾਅ ਗ੍ਰੈਜੂਏਟ ਹੈ ਔਰ 6600 ਤੋਂ ਵੱਧ ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਹਰਾਇਆ, ਬਿਕਰਮ ਮਜੀਠੀਆ ਨੂੰ ਹਰਾਇਆ। ਇਸੇ ਚੈਨਲ ਤੇ ਮੇਰੀ ਇੱਕ ਗੱਲਬਾਤ ਜੀਵਨਜੋਤ ਕੌਰ ਜੀ ਦੇ ਨਾਲ ਹੈਗੀ ਹੈ ਅੰਮ੍ਰਿਤਸਰ ਤੋਂ, ਉਹ ਤੁਸੀਂ ਦੇਖ ਸਕਦੇ ਹੋ, ਦੇਖਣੀ ਚਾਹੀਦੀ ਹੈ, ਸੋ ਦੈਟ ਤੁਸੀਂ ਅੰਡਰਸਟੈਂਡ ਕਰ ਸਕੋ ਕਿ ਉਹ ਜਾਇੰਟ ਸਲੇਅਰ ਜਿਹਨੇ ਵੱਡੇ ਵੱਡੇ ਰਾਜਨੀਤੀ ਦੇ ਧੁਰੰਦਰ ਬਣਦੇ ਸੀ ਉਹਨਾਂ ਨੂੰ ਹਰਾਇਆ, ਉਹ ਹੈ ਕੌਣ। ਤੁਸੀਂ ਉਹਨਾਂ ਨੂੰ ਜਾਣ ਸਕੋ, ਉਹਨਾਂ ਦਾ ਸਹਿਜ ਜਿਹੜਾ ਉਹਨਾਂ ਦਾ ਸਬਰ ਸੀ, ਪੇਸ਼ੈਂਸ ਸੀ, ਉਹਨੂੰ ਤੁਸੀਂ ਦੇਖ ਸਕੋ। ਦੂਸਰੀ ਔਰਤ ਹੈ ਨਰਿੰਦਰ ਕੌਰ ਭਰਾਜ, ਸੰਗਰੂਰ ਤੋਂ, 27 ਸਾਲ ਦੀ ਉਮਰ, ਲਾਅ ਗ੍ਰੈਜੂਏਟ। ਵਿਜੇ ਇੰਦਰ ਸਿੰਗਲਾ, ਬਹੁਤ ਵੱਡਾ ਨਾਮ, ਕੈਬਨਿਟ ਮਿਨਿਸਟਰ ਇੰਡੀਅਨ ਨੈਸ਼ਨਲ ਕਾਂਗਰਸ ਦੇ, ਉਹਨਾਂ ਨੂੰ 36,000 ਵੋਟਾਂ ਦੇ ਨਾਲ ਹਰਾਇਆ। ਦੂਸਰੇ ਪਾਸੇ ਜਿਹੜੇ BJP ਦੇ ਕੈਂਡੀਡੇਟ ਸੀ ਉਹ ਵੀ ਕਰੋੜਪਤੀ ਸੀ। ਅਰਵਿੰਦ ਖੰਨਾ, ਬਹੁਤ ਵੱਡੇ ਵੱਡੇ ਧੁਰੰਦਰ ਸੀਗੇ ਜਿਹੜੇ ਖੜੇ ਸੀ, ਉਹਨਾਂ ਨੂੰ 36,000 ਵੋਟਾਂ ਦੇ ਨਾਲ ਹਰਾ ਕੇ ਨਰਿੰਦਰ ਕੌਰ ਭਰਾਜ ਪੰਜਾਬ ਦੀ ਅਸੈਂਬਲੀ ਦੇ ਵਿੱਚ ਆਏ। ਤੀਸਰਾ ਨਾਮ ਹੈ ਰਜਿੰਦਰਪਾਲ ਕੌਰ ਸ਼ੀਨਾ। ਰਜਿੰਦਰਪਾਲ ਕੌਰ ਸ਼ੀਨਾ ਲੁਧਿਆਣਾ ਸਾਊਥ ਤੋਂ ਕੈਂਡੀਡੇਟ ਆ ਔਰ 31,000 ਵੋਟਾਂ ਦੇ ਨਾਲ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਜਿਹੜੇ ਸੀ ਉਹਨਾਂ ਨੂੰ ਇਹਨਾਂ ਨੇ ਹਰਾਇਆ। ਉਸ ਤੋਂ ਅਗਲਾ ਨੰਬਰ ਹੈ ਪ੍ਰੋਫੈਸਰ ਬਲਜਿੰਦਰ ਕੌਰ, ਤਲਵੰਡੀ ਸਾਬੋ ਤੋਂ, ਪਹਿਲਾਂ ਵੀ ਵਿਧਾਇਕ ਰਹਿ ਚੁੱਕੇ ਨੇ। ਉਹਨਾਂ ਬਾਰੇ ਆਪਾਂ ਕਾਫੀ ਹੱਦ ਤੱਕ ਜਾਣਦੇ ਵੀ ਹਾਂ ਕਿਉਂਕਿ ਦਿਸ ਇਜ਼ ਉਹਨਾਂ ਦੀ ਸੈਕਿੰਡ ਟਰਮ ਹੈ ਪ੍ਰੋਫੈਸਰ ਬਲਜਿੰਦਰ ਕੌਰ ਦੀ। ਪੰਜਵਾਂ ਨਾਮ ਡਾਕਟਰ ਅਮਨਦੀਪ ਕੌਰ ਅਰੋੜਾ, ਮੋਗਾ ਤੋਂ। ਡਾਕਟਰ ਅਮਨਦੀਪ ਕੌਰ ਅਰੋੜਾ ਦੇ ਆਪੋਜ਼ਿਟ ਜਿਹੜੇ ਖੜੇ ਸੀ ਉਹ ਸੀ ਮਾਲਵਿਕਾ ਸੂਦ, ਸੋਨੂ ਸੂਦ ਦੀ ਸਿਸਟਰ। ਸੋ ਇੱਕ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਦਾਅ ਖੇਡਿਆ ਸੀ ਕਿ ਇੱਕ ਸੈਲੀਬ੍ਰਿਟੀਜ਼ ਨੂੰ ਲੈ ਕੇ ਆਉਣੇ ਆ ਅਸੀਂ ਔਰ ਇਹ ਜਿਹੜੇ ਸੈਲੀਬ੍ਰਿਟੀਜ਼ ਆ ਇਹ ਸਾਨੂੰ ਜਿੱਤ ਦਿਵਾਉਣਗੇ, ਲੇਕਿਨ ਇੱਦਾਂ ਨਹੀਂ ਹੋ ਪਾਇਆ। ਡਾਕਟਰ ਅਮਨਦੀਪ ਕੌਰ ਅਰੋੜਾ ਨੇ 20,000 ਵੋਟਾਂ ਦੇ ਨਾਲ ਮਾਲਵਿਕਾ ਸੂਦ ਵੀ ਫਸਟ ਟਾਈਮ ਇਲੈਕਸ਼ਨ ਕੰਟੈਸਟ ਕਰ ਰਹੇ ਸੀ, ਉਹਨਾਂ ਨੂੰ ਹਰਾਇਆ। ਡਾਕਟਰ ਅਮਨਦੀਪ ਕੌਰ ਮੋਗਾ ਦੇ ਆਪੋਜ਼ਿਟ ਇੱਕ ਹੋਰ ਜਿਹੜੇ ਸੀਗੇ ਉਹ ਸੀ ਜਥੇਦਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤੋਤਾ ਸਿੰਘ ਸੀਗੇ, ਬਹੁਤ ਵੱਡੇ ਲੀਡਰ ਨੇ, ਉਹਨਾਂ ਦੇ ਬੇਟੇ ਜਿਹੜੇ ਉੱਥੇ ਖੜੇ ਸੀ ਉਹਨਾਂ ਨੂੰ ਵੀ ਉਹਨਾਂ ਨੇ ਮਾਤ ਦਿੱਤੀ ਹੈ। ਡਾਕਟਰ ਅਮਨਦੀਪ ਕੌਰ ਅਰੋੜਾ ਯੂਕਰੇਨ ਤੋਂ ਪੜ੍ਹ ਕੇ ਆਏ ਹੋਏ ਇੱਕ ਡਾਕਟਰ ਨੇ ਜਿਨ੍ਹਾਂ ਨੇ MBBS ਕੀਤੀ ਹੈ। ਯੂਕਰੇਨ ਆਪਾਂ ਹੁਣ ਅੱਜ ਦੇ ਸਮੇਂ 'ਚ ਜਾਣਦੇ ਹਾਂ ਯੂਕਰੇਨ ਕਿਹੜੀ ਜਗ੍ਹਾ ਹੈ, ਉੱਥੋਂ ਹੀ ਪੜ੍ਹ ਕੇ ਉਹ ਆਏ ਨੇ, ਮੋਗਾ ਤੋਂ ਉਹ ਜਿੱਤੇ ਨੇ। 6ਵਾਂ ਨੰਬਰ ਸਰਬਜੀਤ ਕੌਰ ਮਾਨੂਕੇ। ਸਰਬਜੀਤ ਕੌਰ ਮਾਨੂਕੇ ਆਪਾਂ ਜਾਣਦੇ ਹਾਂ, ਪਹਿਲਾਂ ਵੀ MLA ਰਹੇ ਨੇ, ਇੱਕ ਸਕੂਲ ਟੀਚਰ ਸੀ ਔਰ ਜਗਰਾਉਂ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ, ਜਗਰਾਉਂ ਤੋਂ ਉਹ ਜੇਤੂ ਰਹੇ ਸੀ ਪਿਛਲੀ ਵਾਰ ਵੀ ਔਰ ਇਸ ਵਾਰ ਵੀ ਬਹੁਤ ਵੱਡੇ ਮਾਰਜਨ ਦੇ ਨਾਲ। 7ਵੀਂ ਔਰਤ ਜੋ ਇਸ ਵਾਰੀ ਵਿਧਾਨ ਸਭਾ 'ਚ ਪਹੁੰਚੀ ਉਹ ਇੰਦਰਜੀਤ ਕੌਰ ਮਾਨ,
ਨਕੋਦਰ ਤੋਂ। ਇੰਦਰਜੀਤ ਕੌਰ ਮਾਨ ਇਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਆਪਣੀ ਐਕਟੀਵਿਟੀ ਸੀਗੀਆਂ ਉਹਨਾਂ ਦੀਆਂ, ਉਹ ਪਹਿਲਾਂ ਸਰਪੰਚ ਰਹੇ ਨੇ ਬਟ ਉਹਨਾਂ ਨੇ ਬਾਅਦ 'ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਉਹ ਇਸ ਵਾਰੀ ਜੇਤੂ ਰਹੇ ਆ। 8ਵਾਂ ਨਾਮ ਹੈ ਸੰਤੋਸ਼ ਕਟਾਰੀਆ ਬਲਾਚੌਰ ਤੋਂ। ਹਲਕਾ ਬਲਾਚੌਰ ਤੋਂ ਜੇਤੂ ਰਹੇ ਨੇ। 4000 ਦਾ ਹੀ ਮਾਰਜਨ ਸੀ। ਉਹਨਾਂ ਦੇ ਆਪੋਜ਼ਿਟ ਜੋ ਖੜੇ ਸੀ ਸ਼੍ਰੋਮਣੀ ਅਕਾਲੀ ਦਲ ਦੇ, ਉਹ ਵੀ ਇੱਕ ਮਹਿਲਾ ਉਮੀਦਵਾਰ ਸੰਤੋਸ਼ ਚੌਧਰੀ ਜੀ ਸੀਗੇ। ਇਹ ਦੋਨੋਂ ਹੀ ਉਮੀਦਵਾਰ ਜਿਹੜੀਆਂ ਮਹਿਲਾ ਉਮੀਦਵਾਰ ਉੱਥੇ ਬਲਾਚੌਰ ਤੋਂ ਖੜੀਆਂ ਸੀ, ਇਹ ਸਿਆਸੀ ਘਰਾਣਿਆਂ ਨੂੰ ਕਿਤੇ ਨਾ ਕਿਤੇ ਬਿਲੋਂਗ ਕਰਦੀਆਂ ਸੀ। ਚਾਹੇ ਸੰਤੋਸ਼ ਕਟਾਰੀਆ ਜੀ ਜਿਹੜੇ ਹੈਗੇ ਆ, ਇੱਕ ਇਹਨਾਂ ਦਾ ਦੱਸਿਆ ਜਾਂਦਾ ਕਿ ਹੋਮ ਟਿਊਸ਼ਨਸ ਦਿੰਦੇ ਸੀ, ਬੜੇ ਇੱਕ ਆਮ ਸਧਾਰਨ ਪਰਿਵਾਰ ਦੀ ਬੇਟੀ ਸੀ, ਬਟ ਇਹਨਾਂ ਦੋਨੋਂ ਹੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਵਾਲੇ ਜੋ ਖੜੇ ਸੀ ਔਰ ਜਿਹੜੇ ਸੰਤੋਸ਼ ਕਟਾਰੀਆ ਜੇਤੂ ਰਹੇ ਨੇ ਆਮ ਆਦਮੀ ਪਾਰਟੀ ਦੇ, ਇਹਨਾਂ ਦੇ ਫਾਦਰ ਇਨ ਲਾਅ ਜਿਹੜੇ ਸੀਗੇ, ਇਸੇ ਤਰ੍ਹਾਂ ਉਹਨਾਂ ਦੇ ਫਾਦਰ ਇਨ ਲਾਅ ਵੀ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਸੀ ਉਹ ਜੋ ਹਾਰ ਗਏ ਆ, ਉਹ ਵੀ ਇੱਕ ਸਿਆਸੀ ਪਰਿਵਾਰ ਸੀਗਾ। ਬਟ ਆਪਾਂ ਗੱਲ ਸਿਰਫ ਸੰਤੋਸ਼ ਕਟਾਰੀਆ ਜੀ ਤੇ ਕੇਂਦਰਿਤ ਕਰਦੇ ਹਾਂ ਜਿਹੜੇ ਜਿੱਤੇ ਨੇ। ਇਹਨਾਂ ਦਾ ਪਰਿਵਾਰ ਜਿਹੜਾ ਸੀ ਇਹ ਪਹਿਲਾਂ ਜੇਤੂ ਰਹੇ ਨੇ। ਇਹਨਾਂ ਦੇ ਫਾਦਰ ਇਨ ਲਾਅ ਜਿਹੜੇ ਇਹਨਾਂ ਦਾ ਸਹੁਰਾ ਸਾਹਿਬ ਸੀਗੇ, ਉਹ ਪਹਿਲਾਂ MLA ਰਹੇ ਨੇ ਪੰਜਾਬ ਦੇ ਵਿੱਚ 2 ਵਾਰੀ। ਇੱਕ ਵਾਰੀ ਜਨਤਾ ਪਾਰਟੀ ਦੀ ਟਿਕਟ ਤੇ ਲੜੇ ਸੀ ਔਰ ਇੱਕ ਵਾਰੀ ਇੰਡੀਪੈਂਡੈਂਟ ਲੜੇ ਸੀ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ। ਕਾਂਗਰਸ ਪਾਰਟੀ ਦੀ ਟਿਕਟ ਤੇ ਨਾ ਬਲਾਚੌਰ ਤੋਂ ਪਹਿਲਾਂ ਚੁਣਾਵ ਲੜੇ ਸੀ MLA ਦੇ, ਪਰ ਉਸ ਟਾਈਮ ਅਨਸਕਸੈਸਫੁਲ ਰਹੇ ਸੀ, ਆਪਾਂ ਕਹਿ ਲਈਏ ਹਾਰ ਗਏ ਸੀ। ਸੋ ਇਸ ਵਾਰੀ ਇਹ ਜੇਤੂ ਰਹੇ ਆ ਆਮ ਆਦਮੀ ਪਾਰਟੀ ਦੀ ਟਿਕਟ ਤੇ ਔਰ ਇੱਕ ਸਿਆਸੀ ਪਰਿਵਾਰ ਨੂੰ ਬਿਲੋਂਗ ਕਰਦੇ ਆ, ਕਿਉਂਕਿ ਇਸ ਚੈਨਲ ਦਾ ਇੱਕ ਮਕਸਦ ਹੈ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇੰਡੀਪੈਂਡੈਂਟ ਔਰਤਾਂ ਸਿਆਸਤ ਦੇ ਵਿੱਚ ਆਉਣ, ਜਿਹੜੀਆਂ ਇੰਡੀਪੈਂਡੈਂਟ ਸੋਚ ਲੈ ਕੇ ਆਉਣ। ਪਰ ਸੰਤੋਸ਼ ਕਟਾਰੀਆ ਜੀ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰੂੰਗੀ ਤਾਂ ਕਿ ਆਪਾਂ ਉਹਨਾਂ ਤੋਂ ਜਾਣ ਪਾਈਏ ਕਿ ਇਹ ਲੜਾਈ ਉਹਨਾਂ ਦੀ ਇੰਡੀਪੈਂਡੈਂਟ ਸਿਆਸੀ ਹੋਂਦ ਬਣਾਉਣ ਦੀ ਲੜਾਈ ਹੈ ਕਿ ਆਪਣੇ ਪਰਿਵਾਰ ਦੇ ਸਿਆਸੀ ਪ੍ਰਾਈਡ ਨੂੰ ਦੁਬਾਰਾ ਰਿਵਾਈਵ ਕਰਨ ਦੀ ਲੜਾਈ ਹੈ। 9th ਨੰਬਰ ਹੈ ਨੀਨਾ ਮਿੱਤਲ। ਰਾਜਪੁਰਾ ਤੋਂ ਜੇਤੂ ਰਹੇ ਨੀਨਾ ਮਿੱਤਲ ਜਿਹੜੇ ਉਹਨਾਂ ਨੇ 2019 ਦੇ ਵਿੱਚ ਲੋਕ ਸਭਾ ਚੁਣਾਵ ਕੰਟੈਸਟ ਕੀਤੇ ਸੀ, ਪਰ ਜਿੱਤ ਨਹੀਂ ਸੀ ਮਿਲੀ। ਇਨਫੈਕਟ ਬਹੁਤ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਬਾਵਜੂਦ ਇਸ ਦੇ ਵੀ ਜਿਗਰੇ ਨਹੀਂ ਡੁੱਲੇ। ਪੰਜਾਬ ਦੀਆਂ ਔਰਤਾਂ ਨੇ, ਪੰਜਾਬ ਦੀਆਂ ਬਹੁਤ ਮਜ਼ਬੂਤ ਔਰਤਾਂ ਨੇ ਜਿਹੜੀਆਂ ਰਾਜਨੀਤੀ 'ਚ ਆ ਸਕਦੀਆਂ ਨੇ, ਜਿਹੜੀਆਂ ਡਰਦੀਆਂ ਨਹੀਂ ਆ, ਇੱਕ ਵਾਰੀ ਹੌਸਲਾ ਤੋੜਦੀਆਂ ਨਹੀਂ, ਆਪਣਾ ਹੌਸਲਾ ਟੁੱਟਣ ਨਹੀਂ ਦਿੰਦੀਆਂ ਔਰ ਇਸ ਵਾਰੀ ਜੇਤੂ ਰਹੇ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ। ਰਾਜਪੁਰਾ ਤੋਂ 25000 ਵੋਟ ਦੇ ਮਾਰਜਨ ਦੇ ਨਾਲ ਜੇਤੂ ਰਹੇ ਆ। ਨੀਨਾ ਮਿੱਤਲ ਜੀ ਜਾਂ ਇੱਦਾਂ ਦੇ ਹੋਰ ਵੀ ਇੱਕ ਨਾਮ ਜਿੱਦਾਂ ਜੀਵਨਜੋਤ ਕੌਰ ਜੀ ਹੋ ਗਏ, ਹੋਰ ਵੀ ਕਈ ਨਾਮ ਨੇ ਜਿਹੜੇ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ। ਫਰੋਮ ਦਾ ਵੈਰੀ ਬਿਗਨਿੰਗ ਜਦੋਂ ਐਂਟੀ ਕਰਪਸ਼ਨ ਮੂਵਮੈਂਟ 'ਚੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਉਂਦੀ ਆ। ਸੋ ਇਹ ਵੀ ਇੱਕ ਕਾਰਨ ਹੈ ਕਿ ਇੰਨੀ ਜ਼ਿਆਦਾ ਸਥਿਰਤਾ ਇਹਨਾਂ ਔਰਤਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ। ਸੋ ਨੀਨਾ ਮਿੱਤਲ ਰਾਜਪੁਰਾ ਤੋਂ ਜੇਤੂ ਰਹੇ ਆ, ਜਿੱਥੇ BJP ਦੇ ਜੱਗਾ ਸੀਗੇ ਐਂਡ ਇੰਡੀਅਨ ਨੈਸ਼ਨਲ ਕਾਂਗਰਸ ਦੇ ਵੀ ਕੈਂਡੀਡੇਟ ਜਿਹੜੇ ਸੀ ਆਪਣੇ ਨੂੰ ਬਹੁਤ ਸਟਰੋਂਗ ਕੈਂਡੀਡੇਟ ਸੀਗੇ। ਉਹ ਆਪਾਂ ਉਹਨਾਂ ਨੂੰ ਹਲਕੇ ਨਹੀਂ ਕਹਿ ਸਕਦੇ। ਉਹਨਾਂ ਨੂੰ ਹਰਾ ਕੇ 25000 ਵੋਟਾਂ ਦੇ ਨਾਲ ਨੀਨਾ ਮਿੱਤਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਉਸ ਤੋਂ ਅਗਲਾ ਨੰਬਰ ਹੈ ਅਨਮੋਲ ਗਗਨ ਮਾਨ ਦਾ। ਖਰੜ ਕੌਂਸਟੀਚੁਐਂਸੀ ਤੋਂ ਜਿੱਤੇ। ਆਪਾਂ ਜਾਣਦੇ ਆ ਸੰਗੀਤ ਦੀ ਦੁਨੀਆ ਨਾਲ ਜੁੜੇ ਹੋਏ ਆ, ਸਿੰਗਰ ਆ, ਬੜੇ ਵਧੀਆ ਗਾਣੇ ਆਏ ਨੇ ਉਹਨਾਂ ਦੇ ਪਹਿਲਾਂ, ਬਟ ਸ਼ੀ ਲੇਟਰ ਔਨ ਜੁਆਇਨਡ ਆਮ ਆਦਮੀ ਪਾਰਟੀ ਐਂਡ ਹੁਣ ਜਿੱਤ ਕੇ 37000 ਵੋਟਾਂ ਦੇ ਡਿਫਰੈਂਸ ਦੇ ਨਾਲ ਇੱਕ ਬਹੁਤ ਵੱਡੀ ਇੰਡਸਟਰੀਅਲਿਸਟ ਸ਼੍ਰੋਮਣੀ ਅਕਾਲੀ ਦਲ ਦੀਆਂ ਨੂੰ ਹਰਾਇਆ ਔਰ ਹਰਾ ਕੇ ਬਹੁਤ ਵੱਡੀ ਜਿੱਤ ਲੈ ਕੇ ਪਹੁੰਚੇ ਨੇ। ਅਗਲਾ ਨਾਮ ਹੈ ਡਾਕਟਰ ਬਲਜੀਤ ਕੌਰ। ਮਲੋਟ ਹਲਕੇ ਤੋਂ MLA ਚੁਣ ਕੇ ਆਏ ਨੇ ਡਾਕਟਰ ਬਲਜੀਤ ਕੌਰ। ਅੱਖਾਂ ਦੇ ਡਾਕਟਰ ਨੇ ਔਰ ਇੱਕ ਕਾਫੀ ਉਹਨਾਂ ਨੇ ਸਮਾਜ ਸੇਵਾ ਦੇ ਨਾਮ ਤੇ ਬਹੁਤ ਕੰਮ ਉਹਨਾਂ ਨੇ ਇੱਧਰਲੇ ਮਾਲਵਾ ਏਰੀਆ ਦੇ ਵਿੱਚ ਕੀਤਾ ਹੋਇਆ ਹੈ। ਇੱਥੇ ਡਾਕਟਰ ਬਲਜੀਤ ਕੌਰ ਜੀ ਪਹਿਲੀ ਵਾਰ ਚੁਣੇ ਗਏ ਨੇ, ਪਹਿਲੀ ਵਾਰ ਚੋਣਾਂ ਦੇ ਵਿੱਚ ਉਤਰੇ ਸੀ, ਜਿੱਤੇ ਆ, ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਆ, 39000 ਵੋਟਸ ਦੇ ਨਾਲ ਜਿੱਤੇ ਆ। ਔਰ ਇਹਨਾਂ ਦੇ ਜਿਹੜੇ ਫਾਦਰ ਸੀ ਉਹ ਇੱਕ ਸਿਆਸੀ ਪਰਿਵਾਰ ਨੂੰ ਬਿਲੋਂਗ ਕਰਦੇ ਆ ਡਾਕਟਰ ਬਲਜੀਤ ਕੌਰ। ਇਹਨਾਂ ਦੇ ਫਾਦਰ MP ਰਹੇ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਸਾਧੂ ਸਿੰਘ ਜੀ। ਸੋ ਉਹ ਵੀ ਇੱਕ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਬਟ ਡਾਕਟਰ ਬਲਜੀਤ ਕੌਰ ਨੇ ਜਿਹੜੇ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਆ, 39000 ਵੋਟਸ ਦੇ ਮਾਰਜਨ ਦੇ ਨਾਲ ਪਹਿਲੀ ਵਾਰ ਉਹ ਆਏ ਸੀ। ਉਸ ਤੋਂ ਅਗਲਾ ਨਾਮ ਹੈ ਗੁਰਨੀਵ ਕੌਰ ਮਜੀਠੀਆ। ਗੁਰਨੀਵ ਕੌਰ ਮਜੀਠੀਆ ਆਪਾਂ ਜਾਣਦੇ ਹਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਆ। ਬਿਕਰਮਜੀਤ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਈਸਟ ਦੇ ਵਿੱਚ ਜਾਣਾ ਪਿਆ ਨਵਜੋਤ ਸਿੰਘ ਸਿੱਧੂ ਨੂੰ ਟੱਕਰ ਦੇਣ ਦੇ ਲਈ। ਸੋ ਉਹ ਜਿਹੜੀ ਉਹਨਾਂ ਦੀ ਸੀਟ ਖਾਲੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਆਪਣੀ ਵਾਈਫ ਨੂੰ, ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਉਹਨਾਂ ਦੀ ਵਾਈਫ ਨੂੰ। ਸ਼੍ਰੋਮਣੀ ਅਕਾਲੀ ਦਲ ਖੈਰ ਉਹਨਾਂ ਦੀ ਆਪਣੀ ਹੀ ਪਾਰਟੀ ਹੈ, ਪਰ ਉਹ ਉੱਥੋਂ ਫਿਰ ਜਿੱਤ ਹੋਈ ਆ ਉਹਨਾਂ ਦੀ। ਸ਼੍ਰੋਮਣੀ ਅਕਾਲੀ ਦਲ ਦੀਆਂ ਸਿਰਫ 3 ਸੀਟਾਂ ਆਈਆਂ, ਉਹਨਾਂ ਦੇ ਵਿੱਚੋਂ 3 ਚੋਂ ਇੱਕ ਮਹਿਲਾ ਉਮੀਦਵਾਰ ਹੈ। ਸੋ ਕੁਆਇਟ ਗੁੱਡ ਪਰਸੈਂਟੇਜ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਵਿੱਚ। ਅਦਰਵਾਈਜ਼ ਔਰਤਾਂ ਦੇ ਇੰਨੇ ਨੰਬਰ ਕਦੀ ਹੋਇਆ ਨਹੀਂ ਸੀ। 3 ਦੇ ਵਿੱਚੋਂ ਇੱਕ ਔਰਤ ਹੈ। ਸੋ ਕੁਆਇਟ ਅ ਹੈਂਡਸਮ ਪਰਸੈਂਟੇਜ। ਗੱਲ ਇਹ ਹੱਸਣ ਦਾ ਮੇਰਾ ਕਾਰਨ ਸਿਰਫ ਇਹ ਹੈ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਘੱਟ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸੀ ਔਰ ਸ਼੍ਰੋਮਣੀ ਅਕਾਲੀ ਦਲ ਸਾਡੇ ਪੰਜਾਬ ਦੀ ਇੱਕ ਰਿਵਾਇਤੀ ਪਾਰਟੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਔਰਤਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਸੀ, ਜ਼ਿਆਦਾ ਟਿਕਟਾਂ ਦੇਣੀਆਂ ਚਾਹੀਦੀਆਂ ਸੀ। ਹੁਣ ਗੁਰਨੀਵ ਕੌਰ ਮਜੀਠਾ ਹਲਕੇ ਤੋਂ ਜੇਤੂ ਰਹੇ ਨੇ ਬਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ। ਉਸ ਤੋਂ ਬਾਅਦ ਹੈ ਅਰੁਣਾ ਚੌਧਰੀ।
ਲਾਸਟ ਨੰਬਰ ਹੈ 13ਵਾਂ ਨੰਬਰ ਅਰੁਣਾ ਚੌਧਰੀ। ਅਰੁਣਾ ਚੌਧਰੀ ਜੀ ਨੂੰ ਆਪਾਂ ਜਾਣਦੇ ਹਾਂ, ਪਹਿਲਾਂ ਵੀ ਉਹ ਜੇਤੂ ਰਹੇ ਨੇ ਕਈ ਵਾਰ, ਦੀਨਾਨਗਰ ਤੋਂ ਉਹ ਵਿਧਾਇਕ ਨੇ, ਇਸ ਵਾਰ ਵੀ ਚੁਣੇ ਗਏ ਨੇ, ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ। ਉਹ ਵੀ ਇੱਕ ਪਰਿਵਾਰ ਦੀ ਡਾਟਰ ਇਨ ਲਾਅ ਆ, ਉਹਨਾਂ ਦੇ ਫਾਦਰ ਇਨ ਲਾਅ ਜਿਹੜੇ ਉਹ ਪਹਿਲਾਂ ਵੀ MLA ਚੁਣੇ ਜਾਂਦੇ ਰਹੇ ਆ। ਸੋ ਇਹ ਵੀ ਕਿਤੇ ਨਾ ਕਿਤੇ ਮੈਨੂੰ ਇਦਾਂ ਲੱਗਦਾ, ਮੈਂ ਪਹਿਲਾਂ ਵੀ ਕਈ ਵੀਡੀਓਜ਼ 'ਚ ਕਿਹਾ ਵੀ ਸਿਆਸੀ ਪ੍ਰਾਈਡ ਦੀ ਲੜਾਈ ਆ, ਸਿਆਸੀ ਪ੍ਰਾਈਡ ਦੀ ਗੱਲ ਹੋ ਸਕਦੀ ਆ, ਪਰ ਕੋਸ਼ਿਸ਼ ਕਰਾਂਗੇ ਇਹਨਾਂ ਤੱਕ ਅਪਰੋਚ ਕਰਨ ਦੀ ਕਿ ਇਸ ਚੀਜ਼ ਨੂੰ ਸਮਝ ਪਾਈਏ। ਸਿਰਫ ਔਰ ਸਿਰਫ 1377 ਵੋਟਾਂ ਦੇ ਮਾਰਜਨ ਦੇ ਨਾਲ ਜਿੱਤੇ ਆ ਅਰੁਣਾ ਚੌਧਰੀ ਜੀ। ਸੋ ਪੰਜਾਬ ਦੀ ਵਿਧਾਨ ਸਭਾ 'ਚ 13 ਔਰਤਾਂ, 13 ਦੇ ਵਿੱਚੋਂ 11 ਆਮ ਆਦਮੀ ਪਾਰਟੀ ਤੋਂ ਆ, ਇੱਕ ਅਕਾਲੀ ਦਲ ਤੋਂ, ਸ਼੍ਰੋਮਣੀ ਅਕਾਲੀ ਦਲ ਤੋਂ, ਔਰ ਇੱਕ ਕਾਂਗਰਸ ਪਾਰਟੀ ਤੋਂ। ਇਹ ਜਿਹੜੀਆਂ ਔਰਤਾਂ ਨੇ, ਇਹਨਾਂ ਦੇ ਵਿੱਚੋਂ ਜ਼ਿਆਦਾਤਰ ਔਰਤਾਂ ਜਿਹੜੀਆਂ ਉਹ ਇੰਡੀਪੈਂਡੈਂਟ ਔਰਤਾਂ ਨੇ, ਬਟ ਸਿਰਫ ਦੋ ਇੱਦਾਂ ਦੀਆਂ ਵਿਮਨ ਹੈਗੀਆਂ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ ਕਿ ਉਹ ਪਰਿਵਾਰਵਾਦ, ਸਿਆਸੀ ਪਰਿਵਾਰਵਾਦ ਨਾਲ ਜੁੜੀਆਂ ਹੋਈਆਂ ਨੇ। ਔਰ ਇੱਕ ਹੈਗੇ ਆ ਜਿਹੜੇ ਵਾਈਫ ਆ ਕਿਸੇ ਸਿਆਸੀ, ਇੱਕ ਮਰਦ ਜਿਹੜਾ ਸਿਆਸੀ ਪੋਲੀਟੀਸ਼ੀਅਨ ਆ, ਕੋਈ ਜਿਹੜਾ ਸਿਆਸਤਦਾਨ ਆ, ਉਹਦੀ ਧਰਮ ਪਤਨੀ ਆ। ਔਰ ਇੱਕ ਧੀ ਆ ਜਿਹੜੀ ਕਿਸੇ ਪੁਰਾਣੇ MP ਰਹੇ ਨੇ, ਉਹਨਾਂ ਦੀ ਬੇਟੀ ਆ। ਬਾਕੀ ਜਿਹੜੀਆਂ ਜ਼ਿਆਦਾਤਰ ਔਰਤਾਂ ਨੇ, 13 ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਵੀ 9 ਔਰਤਾਂ ਇੱਦਾਂ ਦੀਆਂ ਨੇ ਜਿਹੜੀਆਂ ਇੰਡੀਪੈਂਡੈਂਟ, ਆਪਣੀ ਮਿਹਨਤ ਦੇ ਨਾਲ ਆਪਣੀ ਇੱਕ ਸਿਆਸੀ ਹੋਂਦ ਬਣਾਉਣ ਦੇ ਵਿੱਚ ਕਾਮਯਾਬ ਰਹੀਆਂ ਨੇ। ਬਹੁਤ ਪ੍ਰਾਊਡ ਦੀ ਗੱਲ ਹੋਣੀ ਚਾਹੀਦੀ ਆਪਾਂ ਨੂੰ ਕਿ ਪਹਿਲੀ ਵਾਰ ਆਪਣੀ ਵਿਧਾਨ ਸਭਾ ਦੇ ਵਿੱਚ ਆਪਾਂ ਨੂੰ ਇੱਦਾਂ ਦੀਆਂ ਔਰਤਾਂ ਦੇਖਣ ਨੂੰ ਮਿਲ ਰਹੀਆਂ ਜਿਹੜੀਆਂ ਇੰਡੀਪੈਂਡੈਂਟ ਨੇ। ਉਹਨਾਂ ਦੇ ਪਿੱਛੇ ਉਹਨਾਂ ਦੇ ਸਿਆਸੀ ਘਰਾਣੇ ਨਹੀਂ ਹੈਗੇ, ਉਹਨਾਂ ਦੇ ਪਿੱਛੇ ਕੋਈ ਵੱਡੇ ਖਾਨਦਾਨਾਂ ਦੇ ਨਾਮ ਨਹੀਂ ਹੈ। ਆਮ ਜਿਹੀਆਂ ਕੁੜੀਆਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਆਪਣਾ ਜਿਹੜਾ ਸਮਾਂ, ਕੀਮਤੀ ਸਮਾਂ ਉਹ ਸਮਾਜ ਨੂੰ ਦਿੱਤਾ, ਇੱਕ ਨਾਮ ਇਸਟੈਬਲਿਸ਼ ਕੀਤਾ, ਪਾਰਟੀ ਦੇ ਵਿੱਚ ਕੰਮ ਕੀਤਾ, ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਸਿਆਸੀ ਹੋਂਦ ਦੀ ਪਰਿਭਾਸ਼ਾ ਸੈੱਟ ਕੀਤੀ ਹੈ, ਜਿਹੜੀ ਪਰਿਭਾਸ਼ਾ ਉਹਨਾਂ ਨੂੰ ਐਡੇ ਇੱਕ ਵਧੀਆ ਲੈਵਲ 'ਤੇ ਸੈੱਟ ਕਰਨੀ ਪਏਗੀ ਅੱਗੇ ਵੀ ਕੰਮ ਕਰਕੇ, ਤਾਂ ਕਿ ਅੱਗੇ ਆਉਣ ਵਾਲੀਆਂ ਲੇਡੀਜ਼ ਜਿਹੜੀਆਂ ਆ ਉਹ ਇਹਨਾਂ ਔਰਤਾਂ ਦੇ ਵਿੱਚੋਂ ਇੱਕ ਐਗਜ਼ਾਮਪਲ ਲੱਭ ਸਕਣ। ਮੈਂ ਇੰਟਰਵਿਊਜ਼ ਕਰਦੀ ਸੀ, ਮੈਂ ਕਈਆਂ ਨੂੰ ਮਿਲੀ ਹਾਂ ਵੈਸੇ ਪਰਸਨਲੀ ਤੌਰ 'ਤੇ ਵੀ ਜਾ ਕੇ, ਅਗਰ ਮੈਂ ਰਿਕਾਰਡ ਨਹੀਂ ਸ਼ੋਅ ਕੀਤੇ ਤਾਂ ਉਹਨਾਂ ਨੂੰ ਪੁੱਛਦੀ ਸੀ ਤੁਹਾਨੂੰ ਸਭ ਤੋਂ ਫੇਵਰੇਟ ਔਰਤ ਲੀਡਰ ਕੌਣ ਹੈ, ਤਾਂ ਉਹ ਹੈਰਾਨ ਸੋਚਣ ਲੱਗ ਜਾਂਦੇ ਸੀ ਵੀ ਕਿਹਨੂੰ ਕਹੀਏ। ਸੋ ਇਹ ਤਰਾਸਦੀ ਆ ਔਰਤਾਂ ਦੀ ਪੰਜਾਬ ਦੇ ਵਿੱਚ। ਅਗਰ ਔਰਤਾਂ ਨੇ ਕਿਸੇ ਔਰਤ ਨੂੰ ਆਪਣਾ ਗੁਰੂ ਮੰਨਣਾ ਹੋਵੇ ਤਾਂ ਉਹ ਔਰਤ ਜਿਹਨੂੰ ਗੁਰੂ ਮੰਨਿਆ ਜਾਵੇ, ਆਪਣਾ ਸਿਆਸੀ ਗੁਰੂ, ਉਹ ਔਰਤ ਮੌਜੂਦ ਨਹੀਂ ਹੈ, ਅਵੇਲੇਬਲ ਨਹੀਂ ਹੈ। ਉਮੀਦ ਕਰਦੇ ਹਾਂ ਕਿ ਇਹ ਨਵੇਂ ਚੁਣੇ ਹੋਏ ਵਿਧਾਇਕਾਂ ਦੇ ਵਿੱਚੋਂ ਕੋਈ ਔਰਤ ਹੋਏਗੀ ਜਿਹੜੀ ਔਰਤਾਂ ਦੇ ਲਈ ਇੱਕ ਸਿਆਸਤ ਦੀ ਪਰਿਭਾਸ਼ਾ, ਸਿਆਸਤ ਦੇ ਵਿੱਚ ਔਰਤਾਂ ਦੀ ਪਰਿਭਾਸ਼ਾ ਨੂੰ ਸੈੱਟ ਕਰੇਗੀ। ਥੈਂਕ ਯੂ ਸੋ ਮਚ ਫॉर ਵਾਚਿੰਗ।